ਗੁੱਡ ਆਫਟਰਨੂਨ ਸਟੂਡੈਂਟ। ਅੱਜ ਦਾ ਆਪਾਂ ਜਿਹੜਾ ਹੈਗਾ 2 ਚੈਪਟਰ ਕੰਪਲੀਟ ਕਰ ਚੁੱਕੇ ਹਾਂ। 3rd ਚੈਪਟਰ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਤੁਹਾਡਾ ਹਿਊਮਨ ਸੋਰਸਿਸ, ਹਿਊਮਨ ਡਿਵੈਲਪਮੈਂਟ ਐਂਡ ਸੈਟਲਮੈਂਟਸ। ਠੀਕ ਹੈ, ਇਹਦੇ ਵਿੱਚ ਇਹਦੇ 2 ਪਾਰਟ ਨੇ ਇਸ ਚੈਪਟਰ ਦੇ। ਇੱਕ ਤਾਂ ਹਿਊਮਨ ਡਿਵੈਲਪਮੈਂਟ ਹੈ ਤੇ ਇੱਕ ਇਹਦੇ ਸੈਟਲਮੈਂਟਸ ਹੈ। ਠੀਕ ਹੈ, ਜਾਣੀ ਕਿ ਇਹਦਾ ਰੈਜ਼ੀਡੈਂਟਲ ਏਰੀਆ ਜਿਹੜਾ ਹਿਊਮਨਸ ਦਾ। ਹਿਊਮਨ ਡਿਵੈਲਪਮੈਂਟ ਕੀ ਹੈ, ਪਹਿਲਾਂ ਅਸੀਂ ਇਸ ਚੀਜ਼ ਦੀ ਸਟੱਡੀ ਕਰਨੀ ਹੈ। ਡਿਵੈਲਪਮੈਂਟ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿਸ ਚੀਜ਼ ਦੀ ਗਰੋਥ ਹੋਣਾ, ਠੀਕ ਹੈ, ਡਿਵੈਲਪ ਹੋਣਾ ਕਿਸੇ ਚੀਜ਼ ਦਾ। ਠੀਕ ਹੈ, ਤਾਂ ਹਿਊਮਨਸ ਦੀ ਡਿਵੈਲਪਮੈਂਟ ਦਾ ਮਤਲਬ ਕੀ ਹੈ ਵੀ ਹਿਊਮਨਸ ਨੂੰ ਰਹਿਣ ਦੇ ਲਈ ਫੈਸਿਲਿਟੀਜ਼ ਮਿਲਣਾ, ਹਿਊਮਨਸ ਦੀ ਜਿਹੜੀ ਹੈਗੀ ਹੈ ਕੁਆਲਿਟੀ, ਜਿਹੜੀ ਲਾਈਫ ਦੀ ਕੁਆਲਿਟੀ ਉਹ ਅੱਛੀ ਹੋਣੀ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਡਿਵੈਲਪਮੈਂਟ ਦੇ ਵਿੱਚ ਕਵਰ ਕਰਦੇ ਹਾਂ ਆਪਾਂ। ਠੀਕ ਹੈ, ਇਹ ਤੁਹਾਡੀ ਪੋਜ਼ੀਟਿਵ ਵੀ ਹੋ ਸਕਦੀ ਹੈ, ਠੀਕ ਹੈ, ਪੋਜ਼ੀਟਿਵ ਵੀ ਹੋ ਸਕਦੀ ਹੈ ਅਤੇ ਨੈਗੇਟਿਵ ਵੀ ਹੋ ਸਕਦੀ ਹੈ। ਠੀਕ ਹੈ, ਪੋਜ਼ੀਟਿਵ ਡਿਵੈਲਪਮੈਂਟ ਕਿਸ ਤਰੀਕੇ ਨਾਲ ਹੁੰਦੀ ਹੈ ਵੀ ਜਦੋਂ ਮੰਨ ਲਓ ਤੁਹਾਡੀ ਜਿੰਨੀ ਕੁਆਲਿਟੀ ਆਫ ਲਾਈਫ ਹੈ ਉਹ ਉਹਦੇ ਤੋਂ ਅੱਛੀ ਹੋ ਜਾਏ, ਤੁਹਾਨੂੰ ਜਿੰਨੀ ਸਰਵਿਸ ਮਿਲ ਰਹੀ ਹੈ ਉਹਦੇ ਤੋਂ ਅੱਛੀਆਂ ਸਰਵਿਸਿਸ ਤੁਹਾਨੂੰ ਮਿਲਣ ਲੱਗਣ। ਜਿਵੇਂ ਪਹਿਲਾਂ ਦੇਖ ਲਓ ਤੁਹਾਡੇ 1995 ਦੇ ਟਾਈਮ 'ਤੇ ਜਿਹੜੇ ਫੋਨ ਵਗੈਰਾ ਨਹੀਂ ਹੁੰਦੇ ਸੀਗੇ, ਹੈ ਨਾ, ਤਾਂ ਉਦੋਂ ਡਿਵੈਲਪਮੈਂਟ ਬਹੁਤ ਲੋ ਸੀ। ਹੁਣ ਜਿਵੇਂ ਜਿਵੇਂ ਡਿਵੈਲਪਮੈਂਟ ਹੋ ਰਹੀ ਹੈ, ਹਰ ਇੱਕ ਦੇ ਕੋਲੇ, ਹਰ ਇੱਕ ਫੈਮਿਲੀ ਦੇ ਵਿੱਚ ਹਰ ਇੱਕ ਮੈਂਬਰ ਕੋਲੇ ਫੋਨ ਹੈ, ਤਾਂ ਉਹ ਡਿਵੈਲਪਮੈਂਟ ਦੀ ਪੋਜ਼ੀਟਿਵ ਗਰੋਥ ਹੈ। ਨੈਗੇਟਿਵ ਗਰੋਥ ਦੇਖੀਏ ਤਾਂ ਜਿਵੇਂ ਇਨਵਾਇਰਮੈਂਟ ਦੀ ਨੈਗੇਟਿਵ ਗਰੋਥ ਹੋ ਰਹੀ ਹੈ। ਇਨਵਾਇਰਮੈਂਟ ਜਿਹੜਾ ਹੈਗਾ ਦਿਨ ਬ ਦਿਨ ਜਿਹੜਾ ਤੁਹਾਡਾ ਡੀਗ੍ਰੇਡ ਹੁੰਦਾ ਜਾ ਰਿਹਾ, ਤਾਂ ਡਿਵੈਲਪਮੈਂਟ ਜਿਹੜੀ ਹੈਗੀ ਪੋਜ਼ੀਟਿਵ ਅਤੇ ਨੈਗੇਟਿਵ ਦੋਨੇ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ ਜੀ, ਅਤੇ ਡਿਵੈਲਪਮੈਂਟ ਦੇ ਵਿੱਚ ਮੋਸਟਲੀ ਅਸੀਂ ਜਿਹੜਾ ਹੈਗਾ ਕੰਟਰੀ ਦੀ ਜਿਹੜੀ ਹੈਗੀ ਇਕਨੋਮਿਕ ਕੰਡੀਸ਼ਨਸ ਨੂੰ ਲੈਂਦੇ ਹਾਂ। ਇਕਨੋਮਿਕ ਕੰਡੀਸ਼ਨਸ ਤੋਂ ਹੀ ਸਾਨੂੰ ਪਤਾ ਲੱਗਦਾ ਇਕਨੋਮਿਕ ਕੰਡੀਸ਼ਨਸ ਕੀ ਕੀ ਚੀਜ਼ਾਂ ਆਉਣਗੀਆਂ, ਉੱਥੋਂ ਦੀ ਐਕਟੀਵਿਟੀਜ਼ ਆ ਸਕਦੀਆਂ, ਸਰਵਿਸਿਜ਼ ਆ ਸਕਦੀਆਂ। ਠੀਕ ਹੈ, ਲੋਕਾਂ ਦਾ ਆਕੂਪੇਸ਼ਨ ਆ ਸਕਦਾ। ਜਿਹੜੇ ਲੋਕ ਐਗਰੀਕਲਚਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਡਿਵੈਲਪਮੈਂਟ ਥੋੜ੍ਹੀ ਲੋ ਲੈਵਲ ਦੀ ਹੋਊਗੀ, ਕਿਉਂਕਿ ਐਗਰੀਕਲਚਰ ਜਿਹੜੀ ਹੈਗੀ ਉਹ ਨੈਚੁਰਲ ਡਿਜ਼ਾਸਟਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਨੈਚੁਰਲ ਡਿਜ਼ਾਸਟਰ ਕੀ ਹੁੰਦਾ, ਜਿਵੇਂ ਤੁਹਾਡੇ ਫਲੱਡਸ ਵਗੈਰਾ ਆ ਜਾਂਦੇ ਆ, ਤਾਂ ਉਹਦਾ ਆਪਾਂ ਨੂੰ ਕੋਈ ਕਨਫਰਮ ਨਹੀਂ ਹੈ। ਇੰਡਸਟਰੀ ਵਗੈਰਾ ਤੁਸੀਂ ਲਾ ਲਈ, ਉਹਦਾ ਤੁਹਾਨੂੰ ਕਨਫਰਮ ਹੁੰਦਾ ਕਿਉਂਕਿ ਤੁਹਾਡਾ ਕੰਟਰੋਲ ਹੁੰਦਾ। ਠੀਕ ਹੈ, ਤਾਂ ਇਕਨੋਮਿਕ ਐਕਟੀਵਿਟੀ ਤੋਂ ਵੀ ਕਿਸੇ ਦੇਸ਼ ਦੀ ਜਿਹੜੀ ਹੈਗੀ ਹੈ ਡਿਵੈਲਪਮੈਂਟ ਨੂੰ ਅਸੀਂ ਜੱਜ ਕਰ ਸਕਦੇ ਹਾਂ। ਠੀਕ ਹੈ, ਤਾਂ ਡਿਵੈਲਪਡ ਅਤੇ ਜਿਹੜਾ ਹੈਗਾ ਡਿਵੈਲਪਮੈਂਟ ਦੇ ਹਿਸਾਬ ਨਾਲ ਅਸੀਂ ਕੰਟਰੀਜ਼ ਨੂੰ 3 ਪਾਰਟਸ 'ਚ ਡਿਵਾਈਡ ਕਰਦੇ ਹੁੰਦੇ ਹਾਂ। ਅਤੇ ਇਹ ਜਸਟ ਮੈਂ ਤੁਹਾਨੂੰ ਨਾ ਤੁਹਾਡਾ ਬੇਸ ਬਣਾ ਰਹੀ ਹਾਂ ਵੀ ਡਿਵੈਲਪਮੈਂਟ ਹੈ ਕੀ। ਚੈਪਟਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਜ਼ਿਆਦਾ ਨਹੀਂ ਹੈ। ਡਿਵੈਲਪਮੈਂਟ ਦਾ ਮਤਲਬ ਜਿਹੜਾ ਹੁੰਦਾ ਤੁਹਾਡਾ, ਸਭ ਤੋਂ ਪਹਿਲਾਂ ਡਿਵੈਲਪਡ ਕੰਟਰੀਜ਼ ਆਉਣਗੀਆਂ ਜਿਹੜੀਆਂ ਡਿਵੈਲਪ ਹੋ ਚੁੱਕੀਆਂ, ਜਿਨ੍ਹਾਂ ਨੂੰ ਆਪਦੇ ਖਾਣ ਪੀਣ ਦਾ ਪੂਰਾ ਜਿਹੜੀਆਂ ਹੈਗੀਆਂ ਚੀਜ਼ਾਂ, ਸਰਵਿਸਿਜ਼ ਵਗੈਰਾ ਸਾਰਾ ਕੁਝ ਮਿਲਦਾ। ਫੋਰ ਐਗਜ਼ਾਮਪਲ ਤੁਹਾਡੇ ਜਿਹੜਾ ਹੈਗਾ USA ਹੈ, ਕੈਨੇਡਾ ਹੈ, ਆਸਟ੍ਰੇਲੀਆ ਹੈ, ਯੂਨਾਈਟਡ ਕਿੰਗਡਮ ਹੈ, ਤਾਂ ਤੁਹਾਡੀਆਂ ਸਾਰੀਆਂ ਡਿਵੈਲਪਡ ਕੰਟਰੀਜ਼ ਹੈ। ਉਸ ਤੋਂ ਬਾਅਦ ਆਈਆਂ ਤੁਹਾਡੀਆਂ ਜਿਹੜੀਆਂ ਹੈਗੀਆਂ ਡਿਵੈਲਪਿੰਗ ਕੰਟਰੀਜ਼, ਜਿਹੜੀਆਂ ਡਿਵੈਲਪ ਹੋ ਰਹੀਆਂ। ਫੋਰ ਐਗਜ਼ਾਮਪਲ ਇੰਡੀਆ ਹੈ, ਚਾਈਨਾ ਹੈ। ਠੀਕ ਹੈ, ਇਹ ਤੁਹਾਡੀਆਂ ਡਿਵੈਲਪਿੰਗ ਕੰਟਰੀਜ਼ 'ਚ ਆਉਣਗੀਆਂ, ਕਿਉਂਕਿ ਵੈਸੇ ਤਾਂ ਦੇਖਿਆ ਜਾਵੇ ਇਹਨਾਂ ਕੋਲ ਕਾਫੀ ਰਿਸੋਰਸਿਸ ਹੈਗੇ ਆ, ਬਟ ਇਹਨਾਂ ਕੋਲ ਪਾਪੂਲੇਸ਼ਨ ਇੰਨੀ ਜ਼ਿਆਦਾ ਹੈ। ਠੀਕ ਹੈ, ਪਾਪੂਲੇਸ਼ਨ ਪ੍ਰੈਸ਼ਰ ਕਰਕੇ ਇਹ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਹੀ ਆਉਂਦੀਆਂ, ਤਾਂ ਕਿਉਂਕਿ ਇਹਨਾਂ ਦੇ ਕਈ ਲੋਕ ਹਜੇ ਵੀ ਪੋਵਰਟੀ ਲਾਈਨ ਦੇ ਥੱਲੇ ਆ। ਪੋਵਰਟੀ ਲਾਈਨ ਕੀ ਹੁੰਦੀ ਹੈ? ਲਾਈਨ ਜਿਹਦੇ ਤੋਂ ਆਪਾਂ ਮੇਜਰ ਕਰ ਸਕੀਏ ਵੀ ਇਸ ਲਾਈਨ ਤੋਂ ਥੱਲੇ ਵਾਲੇ ਲੋਕਾਂ ਨੂੰ ਖਾਣ ਲਈ ਪੂਰਾ ਖਾਣਾ ਨਹੀਂ ਮਿਲ ਰਿਹਾ। ਠੀਕ ਹੈ, ਫਿਰ ਆਉਂਦੀਆਂ ਨੇ ਅੰਡਰ ਡਿਵੈਲਪਡ ਕੰਟਰੀਜ਼। ਅੰਡਰ ਡਿਵੈਲਪਡ ਜਿਹੜੀਆਂ ਬਹੁਤ ਹੀ ਗਰੀਬ ਦੇਸ਼ ਆਪਾਂ ਨੂੰ ਕਹਿ ਦਿੰਦੇ ਆ, ਇਹਦੇ ਵਿੱਚ ਮੋਸਟਲੀ ਅਫਰੀਕਨ ਕੰਟਰੀਜ਼ ਆਉਣਗੀਆਂ, ਏਸ਼ੀਅਨ ਵੀ 2-3 ਕੰਟਰੀਜ਼ ਇਹਦੇ ਵਿੱਚ ਆਉਂਦੀਆਂ ਨੇ ਤੁਹਾਡੇ। ਠੀਕ ਹੈ, ਤਾਂ ਅਫਰੀਕਾ ਦਾ ਜਿਹੜਾ ਮੋਸਟਲੀ ਜਿਹੜਾ ਕੰਟੀਨੈਂਟ ਦਾ ਨਦਰਨ ਪਾਰਟ ਆ ਉਹ ਜਿਹੜਾ ਇਹਦੇ ਵਿੱਚ ਆਉਂਦਾ। ਠੀਕ ਹੈ, ਤਾਂ ਡਿਵੈਲਪਮੈਂਟ ਜਿਹੜਾ ਹੈਗਾ ਦੇਖੀ ਜਾਵੇ ਤਾਂ ਡਿਵੈਲਪਮੈਂਟ ਦੇ 3 ਇੰਪੋਰਟੈਂਟ ਐਸਪੈਕਟਸ ਹੈ ਜਿਹਦੇ ਨਾਲ ਅਸੀਂ ਡਿਵੈਲਪਮੈਂਟ ਚੈੱਕ ਕਰਦੇ ਹਾਂ ਕਿਸੇ ਵੀ ਕੰਟਰੀ ਦੀ। ਇੱਕ ਤਾਂ ਕੁਆਲਿਟੀ ਆਫ ਲਾਈਫ ਕਿਸ ਤਰ੍ਹਾਂ ਦੀ ਹੈ, ਮਤਲਬ ਤੁਹਾਡਾ ਸਟੈਂਡਰਡ ਕੀ ਹੈ ਲਿਵਿੰਗ ਦਾ। ਤੁਸੀਂ ਸਾਈਕਲ 'ਤੇ ਜਾ ਰਹੇ ਹੋ ਜਾਂ ਤੁਸੀਂ ਗੱਡੀ 'ਤੇ ਜਾ ਰਹੇ ਹੋ, ਜਾਂ ਤੁਸੀਂ ਕਿਸੇ ਅੱਛੀ ਕਾਲਜ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ, ਜਾਂ ਤੁਸੀਂ ਗਵਰਨਮੈਂਟ ਕਿਸੇ ਇੰਸਟੀਚਿਊਟ 'ਚ ਪੜ੍ਹ ਰਹੇ ਹੋ। ਤੁਹਾਡੀਆਂ ਓਪਰਚੁਨਿਟੀਜ਼ ਕੀ ਹੈ ਕਿਸੇ ਚੀਜ਼ ਨੂੰ ਗੇਨ ਕਰਦੀਆਂ, ਮਤਲਬ ਤੁਸੀਂ ਓਪਰਚੁਨਿਟੀ ਤੁਹਾਨੂੰ ਬਾਹਰ ਘੁੰਮਣ ਫਿਰਨ ਦੀ ਵੀ ਹੈ, ਫਰੀਡਮ ਵਗੈਰਾ। ਠੀਕ ਹੈ, ਅਤੇ ਫਰੀਡਮ ਲੋਕਾਂ ਨੂੰ ਕਿੰਨੀ ਕੁ ਮਿਲਦੀ ਹੈ? ਹੁਣ ਦੇਖਿਆ ਜਾਵੇ ਤਾਂ ਰੂਰਲ ਏਰੀਆ ਦੇ ਵਿੱਚ ਫਰੀਡਮ ਜਿਹੜੀ ਹੈਗੀ ਆ ਵੀ ਲੋਕਾਂ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਸ਼ਹਿਰਾਂ ਦੇ ਵਿੱਚ ਆਰਾਮ ਨਾਲ ਜਿਹੜਾ ਹੈਗਾ ਜਿਹੜੀ ਹੈਗੀ ਲੇਡੀ ਬਾਹਰ ਘੁੰਮ ਫਿਰ ਸਕਦੀ ਹੈ। ਤਾਂ ਫਰੀਡਮ, ਇਹ 3 ਚੀਜ਼ਾਂ ਨਾਲ ਆਪਾਂ ਕਿਸੇ ਚੀਜ਼ ਦੀ ਡਿਵੈਲਪਮੈਂਟ ਚੈੱਕ ਕਰ ਸਕਦੇ। ਕੁਆਲਿਟੀ ਕਿਹੋ ਜਿਹੀ ਹੈ ਲਾਈਫ ਦੀ, ਓਪਰਚੁਨਿਟੀਜ਼ ਕਿੰਨੀਆਂ ਕੁ ਮਿਲ ਰਹੀਆਂ ਨੇ ਉਹਨਾਂ ਨੂੰ, ਫੈਸਿਲਿਟੀਜ਼ ਮਤਲਬ, ਅਤੇ ਫਰੀਡਮ। ਇੱਥੇ ਹੁਣ ਇਹਨਾਂ ਨੇ ਦ ਵਰਡਸ ਹੈਪੀਐਸਟ ਕੰਟਰੀ ਦਿੱਤੀਆਂ ਹੋਈਆਂ। ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ, ਨਾਰਵੇ ਜਿਹੜੀ ਹੈਗੀ ਵਰਲਡ ਦੀ ਸਭ ਤੋਂ ਮੋਸਟ ਹੈਪੀਐਸਟ ਕੰਟਰੀ ਹੈ। ਠੀਕ ਹੈ, ਨਾਰਵੇ ਤੁਹਾਡਾ ਯੂਰਪ ਦੇ ਵਿੱਚ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਨੇ ਸਾਰੀਆਂ ਕੰਟਰੀਜ਼ ਦਾ ਦੱਸਿਆ। ਦੇਖੋ ਇੰਡੀਆ ਜਿਹੜਾ 122 ਨੰਬਰ 'ਤੇ ਸਟੈਂਡ ਕਰਦੀ ਹੈ। ਓਕੇ, 2017 ਦੀ ਰਿਪੋਰਟ ਹੈ, ਵਰਲਡ ਹੈਪੀਨੈਸ ਰਿਪੋਰਟ 2017 ਦੀ। ਠੀਕ ਹੈ, ਕੈਨੇਡਾ ਦੇਖ ਸਕਦੇ ਹੋ 2nd ਨੰਬਰ 'ਤੇ ਕੌਣ ਹੈ, ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਜਿਹੜੇ ਚੈੱਕ ਕਰ ਸਕਦੇ ਹੋ। ਅਤੇ ਇੰਡੀਆ ਦਾ ਦੇਖੋ ਰੈਂਕ ਕਿੰਨਾ ਜ਼ਿਆਦਾ ਪਿੱਛੇ ਹੈ। ਓਕੇ, ਅਤੇ ਸਭ ਤੋਂ ਜਿਹੜੀ ਲੀਸਟ ਹੈਪੀਐਸਟ ਕੰਟਰੀ ਹੈ, ਸਭ ਤੋਂ ਘੱਟ ਖੁਸ਼ਹਾਲ ਦੇਸ਼ ਹੈ ਜਿਹੜਾ ਉਹ ਨਾਈਜੀਰੀਆ ਜਿਹੜਾ ਹੈਗਾ ਤੁਹਾਡੇ ਅਫਰੀਕਾ ਦੇ ਵਿੱਚ। ਓਕੇ, ਉਸ ਤੋਂ ਬਾਅਦ ਜਿਹੜੇ ਹੈਗੇ ਆ ਤੁਹਾਡਾ ਗ੍ਰੋਸ ਨੈਸ਼ਨਲ ਹੈਪੀਨੈਸ ਹੈ, ਜਿਹਨੂੰ ਅਸੀਂ GNH ਵੀ ਕਹਿੰਦੇ ਹਾਂ। ਇੱਕ ਫਿਲੋਸਫੀ ਹੈ ਜਾਂ ਇੱਕ ਇੰਡੈਕਸ ਹੈ ਜਿਹਦੇ ਨਾਲ ਅਸੀਂ ਚੈੱਕ ਕਰ ਸਕਦੇ ਹਾਂ ਵੀ ਕਿੰਨੀ ਕੁ
ਕਿਸੇ ਨੇਸ਼ਨ ਦੇ ਵਿੱਚ ਕਿੰਨੀ ਕੁ ਖੁਸ਼ਹਾਲੀ ਹੈ। ਠੀਕ ਹੈ, ਇਸ ਕਨਸੈਪਟ ਨੂੰ ਪਹਿਲੀ ਵਾਰ ਮੈਂਸ਼ਨ ਕੀਤਾ ਸੀਗਾ ਭੂਟਾਨ ਨੇ 18 ਜੁਲਾਈ 2008 ਦੇ ਵਿੱਚ। ਭੂਟਾਨ ਦੇ ਕਿੰਗਡਮ ਸੀਗੇ, ਉਹਨਾਂ ਨੇ 1979 ਦੇ ਵਿੱਚ ਇਹ ਜਿਹੜਾ ਹੈਗਾ ਟਰਮ ਕੁਆਇਨ ਕੀਤੀ ਸੀ। ਉਸ ਤੋਂ ਬਾਅਦ 18 ਜੁਲਾਈ 2008 ਨੂੰ ਜਿਹੜਾ ਹੈਗਾ ਇਹ ਇੱਕ ਜਿਹੜਾ ਹੈਗਾ ਕਨਸੈਪਟ ਬਣ ਗਿਆ ਸੀਗਾ। ਠੀਕ ਹੈ, ਤੇ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਚੈੱਕ ਕਰਦੇ ਹਾਂ ਡਿਵੈਲਪਮੈਂਟ ਦੀ ਅਪਰੋਚਸ ਕੀ ਨੇ, ਬੈਲੈਂਸ ਮਟੀਰੀਅਲ ਨੋਨ ਮਟੀਰੀਅਲ ਵੈਲਿਊਜ਼ ਚੈੱਕ ਕਰਦੇ ਹਾਂ ਵੀ ਲੋਕਾਂ ਦੀ ਕਿਹੋ ਜਿਹੀ ਹੈਲਥ ਹੈ, ਲੋਕਾਂ ਦੀ ਕਿਹੋ ਜਿਹੀ ਕੁਆਲਿਟੀ ਹੈ ਲਾਈਫ ਦੀ। ਤਾਂ ਉਹ ਤਾਂ ਜਿਹੜਾ ਹੈਗਾ ਤੁਹਾਡੇ ਰੈਂਕ ਸੀ HDI ਦੇ। ਗ੍ਰੋਸ ਨੈਸ਼ਨਲ ਹੈਪੀਨੈਸ ਵੀ ਇੱਕ ਟਰਮ ਹੈ ਜਿਹਦੇ ਨਾਲ ਅਸੀਂ ਕਿਸੇ ਦੇਸ਼ ਦੀ ਹੈਪੀਨੈਸ ਨੂੰ ਚੈੱਕ ਕਰ ਸਕਦੇ ਹਾਂ। ਠੀਕ ਹੈ ਜੀ, ਤੇ ਇਹਦੇ ਵਿੱਚ ਜਿਹੜੀ ਹੈਗੀ ਹੈ ਤੁਸੀਂ ਕੀ ਚੀਜ਼ਾਂ ਦੇਖਣੀਆਂ ਨੇ, ਐਂਥਰੋਪੋਸੈਨਿਕ ਪਲਾਂਟ ਦੀ ਜਿਹੜੀ ਹੈਗੀ ਹੈ ਪਲੈਨਟ ਕਿਸ ਤਰ੍ਹਾਂ ਦਾ ਹੈਗਾ ਹੈ ਨਾ, ਤੇ ਬਾਉਂਡਰੀਜ਼ ਵਗੈਰਾ ਹੋ ਗਿਆ, ਸੋਸ਼ੋ ਇਕਨੋਮਿਕ ਇਨਇਕੁਐਲਿਟੀ ਕਿੰਨੀ ਕੁ ਇਨਸਟੇਬਿਲਿਟੀ ਕਿੰਨੀ ਕੁ ਕਲਾਈਮੇਟ ਚੇਂਜ ਵਗੈਰਾ ਹੋ ਗਿਆ, ਸਪੀਸੀਜ਼ ਐਕਸਟੈਂਸ਼ਨਸ ਦਾ ਮਤਲਬ ਕੀ ਹੁੰਦਾ, ਜਿਹੜੀਆਂ ਸਪੀਸੀਜ਼ ਖਤਮ ਹੋ ਰਹੀ ਹੈ। ਫੋਰ ਐਗਜ਼ਾਮਪਲ ਜਿਹੜੇ ਹੈਗੇ ਸ਼ੇਰ ਵਗੈਰਾ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਗਏ ਨੇ। ਠੀਕ ਹੈ, ਸਰਵਾਈਵਲ ਵਗੈਰਾ ਸਾਰਾ ਚੈੱਕ ਹੋਊਗਾ, ਮਤਲਬ ਤੁਸੀਂ ਕਿੰਨਾ ਕੁ ਸਰਵਾਈਵ ਕਰ ਰਹੇ ਹੋ ਆਪਦੀ ਲਾਈਫ ਨੂੰ ਅੱਛਾ ਬਣਾਉਣ ਦੇ ਲਈ। ਇਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਕੇ ਅਸੀਂ GNH ਦੇ ਹਿਸਾਬ ਨਾਲ ਵੀ ਜਿਹੜਾ ਹੈਗਾ ਦੇਸ਼ਾਂ ਨੂੰ ਰੈਂਕ ਦਿੰਦੇ ਆ। ਠੀਕ ਹੈ ਜੀ, ਇਹਦੇ ਵਿੱਚ ਜਿਹੜੀ ਹੈਗੀ ਤੁਹਾਡੀ ਇਕਨੋਮਿਕ ਐਕਟੀਵਿਟੀਜ਼ ਵੀ ਚੈੱਕ ਹੋਣਗੀਆਂ, ਤੇ ਇਹ ਜਿਹੜਾ ਹੈਗਾ GNH ਇੰਡੈਕਸ ਦੇ ਹਿਸਾਬ ਨਾਲ ਇੰਡੀਆ 122ਵੇਂ ਰੈਂਕ 'ਤੇ ਆ, ਜਿਹਦੇ ਵਿੱਚ 193 ਕੰਟਰੀਜ਼ ਦਾ ਰੈਂਕ ਲਿਆ ਗਿਆ ਸੀ। 193 ਵਿੱਚੋਂ ਇੰਡੀਆ ਜਿਹੜਾ 122 ਨੰਬਰ 'ਤੇ ਹੈ। GNH ਅਲੱਗ ਹੈ। ਇਸ ਤੋਂ ਬਾਅਦ ਇਹਨੂੰ ਸੁਧਾਰਨ ਦੇ ਲਈ ਇੱਕ ਟਰਮ ਆਈ HDA ਇੰਡੈਕਸ, ਹਿਊਮਨ ਡਿਵੈਲਪਮੈਂਟ ਇੰਡੈਕਸ। ਠੀਕ ਹੈ, ਇਹ 1990 ਦੇ ਵਿੱਚ ਤੁਹਾਡੇ ਦਿੱਤਾ ਸੀਗਾ ਨੋਬਲ ਲਿਟਰੇਟ ਜਿਹੜੇ ਤੁਹਾਡੇ ਡਾਕਟਰ ਅਮ੍ਰਿਤਿਆ ਸੇਨ ਇੰਡੀਆ ਦੇ। ਠੀਕ ਹੈ, ਪਹਿਲੇ ਅਰਥ ਸ਼ਾਸਤਰੀ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸੀਗਾ, ਪਹਿਲੇ ਅਰਥ ਸ਼ਾਸਤਰੀ ਨੇ। ਠੀਕ ਹੈ, ਇੱਕ ਸੀਗੇ ਤੁਹਾਡੇ ਪਾਕਿਸਤਾਨ ਦੇ ਡਾਕਟਰ ਮਹਬੂਬ ਹਕ। ਠੀਕ ਹੈ, ਪਾਕਿਸਤਾਨ ਦੇ ਸੀ। ਇਹਨਾਂ ਨੇ ਟਰਮ ਕੁਆਇਨ ਕੀਤੀ ਸੀ ਹਿਊਮਨ ਡਿਵੈਲਪਮੈਂਟ ਇੰਡੈਕਸ 1990 ਦੇ ਵਿੱਚ। ਉਹਨਾਂ ਦੇ ਲਈ ਕੀ ਸੀਗਾ ਵੀ ਡਿਵੈਲਪਮੈਂਟ ਤੁਸੀਂ ਹਰ ਇੱਕ ਡਿਵੈਲਪਮੈਂਟ ਦਾ ਮਤਲਬ ਕੀ ਹੈ, ਡਿਵੈਲਪਮੈਂਟ ਇਜ਼ ਆਲ ਅਬਾਊਟ ਇਨਲਾਰਜਿੰਗ ਪੀਪਲਜ਼ ਚੋਇਸ ਇਨ ਆਰਡਰ ਟੂ ਲੀਡ ਲੌਂਗ ਹੈਲਥੀ ਲਾਈਫਸ ਵਿਦ ਡਿਗਨਿਟੀ, ਵੀ ਤੁਸੀਂ ਆਪਦੀ ਡਿਗਨਿਟੀ ਦੇ ਨਾਲ ਤੁਸੀਂ ਬਹੁਤ ਅੱਛੀ ਅਤੇ ਹੈਲਦੀ ਲਾਈਫ ਜੀਣੀ ਹੈ। ਉਸ ਹਿਸਾਬ ਨਾਲ ਡਿਵੈਲਪਮੈਂਟ ਨੂੰ ਚੈੱਕ ਕਰਦੇ ਆ। ਠੀਕ ਹੈ, ਇਹਨਾਂ ਦਾ ਆਬਜੈਕਟਿਵ ਕੀ ਹੈ ਵੀ ਇਹੋ ਜਿਹੀਆਂ ਕੰਡੀਸ਼ਨਸ ਕ੍ਰੀਏਟ ਕਰੋ ਜਿਹਦੇ ਨਾਲ ਪੀਪਲ ਹੈ ਮੀਨਿੰਗਫੁੱਲ ਅਤੇ ਅੱਛੀ ਲਾਈਫ ਹੈ ਜਿਹੜੀ ਉਹ ਲੈ ਪਾਉਣ। ਠੀਕ ਹੈ, ਤੇ ਇਹ ਅੱਗੇ ਇਹਨਾਂ ਦੀ ਜਿਹੜੀ ਹੈਗੀ ਹੈ ਦੱਸਿਆ ਹੈ ਆਹ ਤੁਹਾਡੇ ਡਾਕਟਰ ਅਮ੍ਰਿਤਿਆ ਸੇਨ ਨੇ ਅਤੇ ਡਾਕਟਰ ਮਹਿਮੂਦੁੱਲਾ ਹੱਕ ਨੇ। ਠੀਕ ਹੈ, ਇਹਨਾਂ ਨੇ HDA ਇੰਡੈਕਸ, ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ HDA ਇੰਡੈਕਸ ਕੀ ਹੈ, ਹਿਊਮਨ ਡਿਵੈਲਪਮੈਂਟ ਇੰਡੈਕਸ ਹੈ। ਠੀਕ ਹੈ, ਤੇ ਉਹਨਾਂ ਨੂੰ ਕਿੰਨੇ ਟਰਮ ਕੁਆਇਨ ਕੀਤੀ ਹੈ ਅਤੇ ਕੀ ਜਿਹੜੀ ਇਹਦੀ ਡੈਫੀਨੇਸ਼ਨ ਹੈ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ। ਹੁਣ ਇਹਨਾਂ ਨੇ ਜਿਹੜਾ ਹੈਗਾ ਉਧਰ ਜਿਹੜਾ ਆਪਾਂ ਦੇਖਿਆ ਜਾਵੇ ਤਾਂ ਫਸਟ 'ਚ ਆਪਾਂ ਦੇਖਿਆ ਸੀਗਾ ਵੀ ਡਿਵੈਲਪਮੈਂਟ ਦੇ ਮੇਜਰ ਐਸਪੈਕਟਸ ਇਹ ਨੇ, ਬਟ HDA ਇੰਡੈਕਸ ਦੇ ਜਿਹੜੇ ਹੈਗੇ ਉਹ ਡਿਫਰੈਂਟ ਨੇ। ਇਹ ਕੀ ਚੀਜ਼ ਚੈੱਕ ਕਰਦੇ ਨੇ? ਠੀਕ ਹੈ, ਇੱਕ ਤਾਂ ਲੀਡਿੰਗ ਲੌਂਗ ਐਂਡ ਹੈਲਥੀ ਲਾਈਫ। ਇਹ ਕਹਿੰਦੇ ਇੱਕ ਚੀਜ਼ ਇਹ 'ਚ ਹੋਣੀ ਚਾਹੀਦੀ ਹੈ ਵੀ ਤੁਸੀਂ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਜਿਓ, ਫਿਰ ਹੀ ਕਿਸੇ ਦੇਸ਼ ਦੀ ਮੈਡੀਕਲ ਫੈਸਿਲਿਟੀ ਦਾ ਆਪਾਂ ਨੂੰ ਪਤਾ ਚੱਲਦਾ ਨਾ। ਅਟੇਨਿੰਗ ਐਬਿਲਿਟੀ ਟੂ ਗੇਨ ਨੌਲੇਜ ਮਤਲਬ ਤੁਹਾਡੀ ਐਜੂਕੇਸ਼ਨ ਫੈਸਿਲਿਟੀ ਕਿਹੋ ਜਿਹੀ ਆ, ਹੈਵਿੰਗ ਇਨਫ ਮੀਨਸ ਟੂ ਲਿਵ ਅ ਡੀਸੈਂਟ ਲਾਈਫ, ਅਤੇ ਤੁਹਾਡੇ ਕੋਲ ਫੈਸਿਲਿਟੀਜ਼ ਕਿੰਨੀਆਂ ਕਿ ਨੇ, ਮਤਲਬ ਤੁਹਾਡੇ ਕੋਲ ਜਿਹੜੀ ਹੈਗੀ ਹੈ ਇਲੈਕਟ੍ਰੀਸਿਟੀ ਹੋ ਗਈ, ਟਰਾਂਸਪੋਰਟ ਹੋ ਗਿਆ, ਆਕੂਪੇਸ਼ਨ ਹੋ ਗਿਆ, ਜੋਬਸ ਹੋ ਗਈਆਂ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੈੱਕ ਕਰਕੇ ਤੁਹਾਡਾ ਹਿਊਮਨ ਡਿਵੈਲਪਮੈਂਟ ਇੰਡੈਕਸ ਬਣਾਇਆ ਗਿਆ। ਵੈਸੇ ਦੇਖਿਆ ਜਾਵੇ ਤਾਂ ਇਹਦੀ ਜਨਰਲ ਟਰਮ ਹੈ ਜਿਹੜੀ ਫਰੀਡਮ ਦੇ ਆਲੇ ਦੁਆਲੇ ਘੁੰਮਦੀ ਹੈ ਵੀ ਤੁਹਾਨੂੰ ਫਰੀਡਮ ਕਿੰਨੀ ਕੁ ਹੈ। ਹੁਣ ਤੁਹਾਡੇ ਕੋਲ ਮੰਨ ਲਓ ਰਿਸੋਰਸਿਸ ਹੈਗੇ ਨੇ, ਤੁਹਾਡੇ ਕੋਲ ਫਰੀਡਮ ਹੋਣੀ ਬਹੁਤ ਜ਼ਰੂਰੀ ਹੈ। ਫਰੀਡਮ ਦੇ ਹਿਸਾਬ ਨਾਲ ਹੀ ਜਿਹੜਾ ਹੈਗਾ ਤੁਹਾਡੀ ਡਿਵੈਲਪਮੈਂਟ ਹੋ ਸਕਦੀ ਹੈ। ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਹੈਗੇ ਅਸੀਂ ਹੋਰ ਚੀਜ਼ ਕੀ ਕਵਰ ਕਰਾਂਗੇ, ਮਾਡਰਨਾਈਜੇਸ਼ਨ ਹੈ, ਲੇਅਰ ਹੈ, ਕੰਫਰਟ ਹੈ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਹਦੇ ਵਿੱਚ ਜੱਜ ਕਰਾਂਗੇ। ਓਕੇ, ਇਸ ਤੋਂ ਬਿਨਾਂ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਇੰਡਸਟਰੀਲਾਈਜੇਸ਼ਨ ਕਿਸੇ ਕੰਟਰੀ ਦਾ ਦੇਖ ਸਕਦੇ ਹਾਂ, ਟਰਾਂਸਪੋਰਟ ਦੇਖ ਸਕਦੇ ਹਾਂ, ਕਮਿਊਨੀਕੇਸ਼ਨ ਨੈਟਵਰਕ ਦੇਖ ਸਕਦੇ ਹਾਂ, ਮੈਡੀਕਲ ਫੈਸਿਲਿਟੀ, ਸੇਫਟੀ, ਸਿਕਿਉਰਿਟੀ ਵਗੈਰਾ। ਇਹਨਾਂ ਸਾਰਿਆਂ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਵੀ ਜਿਹੜੀ ਤੁਹਾਡੀ ਹੈਗੀ ਹੈ ਉੱਥੋਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਤੇ ਜਿਹੜਾ ਹੈਗਾ ਤਾਂ ਹੀ ਆਪਾਂ ਹੁਣ ਹੋਰ ਕਿਸੇ ਕੰਟਰੀਜ਼ ਵਗੈਰਾ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਜਾਂਦੇ ਹਾਂ ਕਿਉਂਕਿ ਉਹਨਾਂ ਦੀਆਂ ਫੈਸਿਲਿਟੀਜ਼ ਵਗੈਰਾ ਅੱਛੀਆਂ ਨੇ, ਮੈਡੀਕਲ ਫੈਸਿਲਿਟੀਜ਼ ਵਗੈਰਾ ਹੋ ਗਈਆਂ। ਹੁਣ ਇੰਡੀਆ ਦੇ ਕੇਸ ਦੇ ਵਿੱਚ ਦੇਖਿਆ ਜਾਵੇ ਤਾਂ ਬੇਟੇ ਬਹੁਤ ਜ਼ਿਆਦਾ ਸੋਸ਼ਲ ਡਿਸਕ੍ਰਿਮੀਨੇਸ਼ਨ ਹੈ, ਰੇਸਿਸ ਵਗੈਰਾ ਅਤੇ ਰੀਜਨਲ ਡਿਸਪੋਜੀਸ਼ਨ ਹੈ। ਲੋਕਾਂ ਨੂੰ ਜਿਹੜਾ ਆਪਦੇ
ਰੀਜਨ ਤੋਂ ਨਿਕਲਣਾ ਪਸੰਦ ਹੀ ਨਹੀਂ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫੇਸ ਕਰਨੀਆਂ ਪੈਂਦੀਆਂ ਨੇ। ਬਹੁਤ ਘੱਟ ਪਾਪੂਲੇਸ਼ਨ ਹੈ, ਵੈਰੀ ਸਮੈਲਰ ਪਾਪੂਲੇਸ਼ਨ ਪਰਸੈਂਟੇਜ ਹੈ ਜਿਹੜੀ ਇੰਡੀਆ ਦੇ ਵਿੱਚ ਅੱਛੀਆਂ ਚੀਜ਼ਾਂ ਨੂੰ ਜਿਹੜੀਆਂ ਹੈਗੀਆਂ ਅੱਛੀ ਲਾਈਫ ਰਹਿ ਰਹੀ ਹੈ। ਜਿਵੇਂ ਤੁਹਾਡੇ ਟਾਟਾ ਬਿਰਲਾ ਅੰਬਾਨੀ ਵਗੈਰਾ ਹੋ ਗਏ, ਅਤੇ ਕਈ ਲੋਕ ਜਿਹੜੇ ਹੈਗੇ ਆ ਕਿ ਜਿਹੜੇ 100 ਰੁਪਏ ਪਰ ਡੇ ਕਮਾ ਰਹੇ ਆ, ਤਾਂ ਇਹਨਾਂ ਚੀਜ਼ਾਂ ਦਾ ਡਿਸਕ੍ਰਿਮੀਨੇਸ਼ਨ ਹੈ ਇੰਡੀਆ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਸਿਗਨੀਫੀਕੈਂਸ ਹੁੰਦਾ ਬੇਟੇ ਇੰਪੋਰਟੈਂਸ ਜਿਹੜੀ ਹੈਗੀ ਤੁਹਾਡੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਕੀ ਹੈ। ਇੱਕ ਤਾਂ ਤੁਹਾਡਾ ਜਿਹੜਾ ਹੈਗਾ ਹਿਊਮਨ ਕੰਡੀਸ਼ਨਸ ਦਾ ਆਪਾਂ ਦੇਖਣਾ, ਉਹਨੂੰ ਲਾਰਜ ਕਰਨ ਵਾਸਤੇ ਹਿਊਮਨ ਦੀਆਂ ਕੰਡੀਸ਼ਨਸ ਕਿਹੋ ਜਿਹੀਆਂ ਨੇ, ਇੰਪਰੂਵ ਕਰਨਾ ਉਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਇੱਕ ਤਾਂ ਆਪਾਂ ਹਾਇਰ ਲੈਵਲ ਆਫ ਪ੍ਰੋਡਕਟਿਵਿਟੀ ਵਧਾ ਸਕਦੇ ਹਾਂ। ਜੇ ਆਪਾਂ ਨੂੰ ਹਿਊਮਨ ਡਿਵੈਲਪਮੈਂਟ ਦਾ ਪਤਾ ਲੱਗੂ, ਇੰਪੋਰਟੈਂਸ ਤਾਂ ਫਿਰ ਹੀ ਹੋਊਗੀ ਨਾ ਬੇਟੇ। ਜੇ ਸਾਨੂੰ ਉਹਦੀ ਪਤਾ ਲੱਗ ਗਿਆ ਤਾਂ ਅਸੀਂ ਜਿਹੜਾ ਹੈਗਾ ਉਹਦੇ ਪ੍ਰੋਡਕਟਿਵਿਟੀ ਲੈਵਲ ਨੂੰ ਵਧਾ ਸਕਦੇ ਹਾਂ, ਬੈਟਰ ਅਚੀਵਮੈਂਟਸ ਕਰ ਸਕਦੇ ਹਾਂ, ਇਨਵੈਸਟਮੈਂਟ ਅੱਛੀ ਕਰ ਸਕਦੇ ਹਾਂ, ਸੁਸਾਇਟੀ ਦੀਆਂ ਜਿਹੜੇ ਹੈਗੇ ਸੈਗਮੈਂਟਸ ਉਹਨਾਂ ਨੂੰ ਸੁਧਾਰ ਸਕਦੇ ਹਾਂ, ਠੀਕ ਹੈ। ਪੋਲਿਊਸ਼ਨਸ ਨੂੰ ਲੋ ਕਰ ਸਕਦੇ ਹਾਂ, ਪਾਪੂਲੇਸ਼ਨ ਦੀ ਗਰੋਥ ਰੇਟ ਨੂੰ ਲੋ ਕਰਦੇ ਹਾਂ। ਜੇ ਸਾਨੂੰ ਹਿਊਮਨ ਡਿਵੈਲਪਮੈਂਟ ਬਾਰੇ ਸਟੱਡੀ ਕੀਤੀ ਹੋਊਗੀ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸੁਧਾਰ ਕਰ ਸਕਦੇ ਹਾਂ, ਓਕੇ। ਉਸ ਤੋਂ ਬਾਅਦ ਤੁਹਾਡੇ ਆ ਜਾਂਦੇ ਨੇ ਪਿਲਰਸ ਜਿਹੜੇ ਨੇ ਹਿਊਮਨ ਡਿਵੈਲਪਮੈਂਟ ਦੇ, ਠੀਕ ਹੈ। ਇਹਨਾਂ ਦੇ ਵਿੱਚ 4 ਜਿਹੜੇ ਹੈਗੇ ਨੇ ਤੁਹਾਡੇ 4 ਮੇਜਰ ਪਿਲਰਸ ਨੇ, ਠੀਕ ਹੈ। ਇਕੁਇਟੀ ਹੈ, ਇਕੁਐਲਿਟੀ ਨਹੀਂ ਬੇਟੇ, ਇਕੁਇਟੀ ਹੈ। ਇਕੁਇਟੀ ਅਤੇ ਇਕੁਐਲਿਟੀ ਦੋਨਾਂ ਦੇ ਵਿੱਚ ਡਿਫਰੈਂਸ ਹੈ। ਇਕੁਐਲਿਟੀ ਕੀ ਹੁੰਦੀ ਹੈ? ਫੋਰ ਐਗਜ਼ਾਮਪਲ ਇੱਕ ਵਾਲ ਹੈ ਕੰਧ, ਠੀਕ ਹੈ। ਇੱਥੇ ਜਿਹੜੇ ਹੈਗੇ ਨੇ ਤੁਹਾਡੇ 3 ਪਰਸਨ ਖੜੇ ਹੋਏ ਨੇ, ਠੀਕ ਹੈ। ਆਹ ਜਿਹੜਾ ਹੈਗਾ 25 ਸਾਲ ਦਾ, ਇਹ 15 ਸਾਲ ਦਾ, ਇਹ 5 ਸਾਲ ਦਾ, ਠੀਕ ਹੈ। ਹੁਣ ਦੇਖੋ ਇੱਧਰਲੀ ਸਾਈਡ ਨਾ ਕੋਈ ਮੈਚ ਚੱਲ ਰਿਹਾ, FIFA ਵਰਲਡ ਕੱਪ ਚੱਲ ਰਿਹਾ ਮੰਨ ਲਓ, ਠੀਕ ਹੈ। ਹੁਣ ਇਹਨੂੰ ਇਸ ਵਾਲ ਤੋਂ ਪਰਲੀ ਸਾਈਡ ਦੇਖ ਰਿਹਾ 25 ਸਾਲ ਵਾਲਾ ਜਿਹੜਾ ਇਨਸਾਨ ਹੈ, ਇਹਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਮੁਸ਼ਕਿਲ ਹੋ ਰਹੀ ਹੈ ਦੇਖਣ ਦੇ ਵਿੱਚ। ਆਹ ਤਾਂ ਬਹੁਤ ਛੋਟੇ ਬੱਚੇ ਨੂੰ ਨਹੀਂ ਦੇਖ ਰਿਹਾ। ਇਕੁਐਲਿਟੀ ਕੀ ਕਹਿੰਦੀ ਵੀ ਇਹਨਾਂ ਸਾਰਿਆਂ ਨੂੰ ਨਾ ਬਰਾਬਰ ਕਰ ਦਿਓ ਜੀ, ਇੱਕ ਟੇਬਲ ਦੇ ਦਿਓ ਤਾਂ ਕਿ ਆਸਾਨੀ ਨਾਲ ਮੈਚ ਦੇਖ ਸਕਣ। ਹੁਣ ਇਹ ਤਾਂ ਆਲਰੇਡੀ ਦੇਖ ਰਿਹਾ ਸੀ, ਇਹ ਤਾਂ ਬਹੁਤ ਆਰਾਮ ਨਾਲ ਦੇਖੂਗਾ। ਇਹ ਹੁਣ ਥੋੜ੍ਹਾ ਜਿਹਾ ਆਰਾਮ ਨਾਲ ਦੇਖਣ ਲੱਗੂਗਾ ਕਿਉਂਕਿ ਇਹਦਾ ਕੱਦ ਥੋੜ੍ਹਾ ਜਿਹਾ ਉੱਚਾ ਹੋ ਗਿਆ। ਇਹ ਬੱਚੇ ਨੂੰ ਤਾਂ ਹਜੇ ਵੀ ਨਹੀਂ ਦਿਖ ਰਿਹਾ ਕਿਉਂਕਿ ਇਹਦਾ ਕੱਦ ਛੋਟਾ। ਬਟ ਅਕੋਰਡਿੰਗ ਟੂ ਇਕੁਐਲਿਟੀ ਕੀ ਹੈ ਵੀ ਤੁਸੀਂ ਜਿਹੜਾ ਹੈਗਾ ਇਸ ਇਨਸਾਨ ਨੂੰ ਤਾਂ ਟੇਬਲ ਦਿਓ ਨਾ, ਕਿਉਂਕਿ ਇਹ ਆਰਾਮ ਨਾਲ ਦੇਖ ਰਿਹਾ। ਇਹ ਬੱਚੇ ਨੂੰ ਇੱਕ ਦੇ ਦਿਓ ਤਾਂ ਕਿ ਇਹ ਦੇਖ ਕਿ ਇਹਨੂੰ ਦੇਖਣ 'ਚ ਕੋਈ ਮੁਸ਼ਕਿਲ ਨਾ ਹੋਵੇ। ਇਹਦੇ ਵਾਲਾ ਇੱਕ ਟੇਬਲ ਆ ਬੱਚੇ ਨੂੰ ਦੇ ਦਿਓ ਤਾਂ ਕਿ ਇਹ 2 ਟੇਬਲ ਨੀਚੇ ਰੱਖ ਕੇ ਬੱਚਾ ਆਰਾਮ ਨਾਲ ਜਿਹੜਾ ਹੈਗਾ ਪਰਲੀ ਸਾਈਡ ਦਾ ਕੱਦ ਉੱਚਾ ਹੋ ਜਾਵੇ ਅਤੇ ਇਹ ਦੇਖ ਸਕੇ। ਇਕੁਇਟੀ ਦਾ ਮਤਲਬ ਬਰਾਬਰਤਾ, ਮਤਲਬ ਬਰਾਬਰ ਤੁਸੀਂ ਸਾਰਿਆਂ ਨੂੰ ਦੇਣਾ ਵੀ ਸਾਰਿਆਂ ਨੂੰ ਉਸ ਮੈਚ ਤੱਕ ਜਾਂ ਕੋਈ ਵੀ ਫੈਸਿਲਿਟੀ ਤੱਕ ਪਹੁੰਚਣ ਲਈ ਬਰਾਬਰਤਾ ਹੋਵੇ, ਨਾਟ ਬਰਾਬਰ ਹੋਵੇ, ਠੀਕ ਹੈ। ਦੋਨਾਂ ਚੀਜ਼ਾਂ 'ਚ ਡਿਫਰੈਂਸ ਹੈ। ਸਸਟੇਨੇਬਿਲਿਟੀ ਦਾ ਮਤਲਬ ਬੇਟੇ ਹੁੰਦਾ ਫਿਊਚਰ ਜਨਰੇਸ਼ਨਸ ਦੇ ਲਈ ਵੀ ਤੁਸੀਂ ਆਪਦੇ ਰਿਸੋਰਸਿਸ ਬਚਾ ਕੇ ਰੱਖਣੇ ਆ। ਮੰਨ ਲਓ ਆਪਾਂ ਕਹਿ ਰਹੇ ਹਾਂ ਵੀ ਪਾਣੀ ਬਚਾਓ, ਅਗਲੀ ਜਨਰੇਸ਼ਨ ਨੇ ਕੀ ਪੀਣਾ, ਕੋਲ ਫੀਲਡਸ ਬਚਾਓ। ਇਹ ਇਸ ਤਰ੍ਹਾਂ ਕਰਕੇ ਜਿਹੜੀਆਂ ਹੈਗੀਆਂ ਫਿਊਚਰ ਜਨਰੇਸ਼ਨ ਲਈ ਸੋਚਣਾ। ਪ੍ਰੋਡਕਟਿਵਿਟੀ ਕੀ ਹੁੰਦੀ ਬੇਟੇ? ਪ੍ਰੋਡਕਟਿਵਿਟੀ ਪਾਵਰ, ਕਿਸੇ ਚੀਜ਼ ਨੂੰ ਪ੍ਰੋਡਿਊਸ ਕਰਨ ਦੀ ਪਾਵਰ, ਭਾਵੇਂ ਇੰਡਸਟਰੀ ਹੋਵੇ ਭਾਵੇਂ ਐਗਰੀਕਲਚਰ ਹੋਵੇ, ਤਾਂ ਇਹ ਚੀਜ਼ ਵੀ ਅੱਛੀ ਹੋਣੀ ਚਾਹੀਦੀ ਹੈ। ਇੰਪਾਵਰਮੈਂਟ ਦਾ ਮਤਲਬ ਹੁੰਦਾ ਫਰੀਡਮ ਵਗੈਰਾ, ਅਤੇ ਠੀਕ ਹੈ ਮਤਲਬ ਤੁਹਾਡੀ ਪਾਵਰ ਕੀ ਹੈ, ਤੁਹਾਡੀ ਕੈਪੇਬਿਲਿਟੀਜ਼ ਕੀ ਨੇ, ਠੀਕ ਹੈ। ਤਾਂ ਗੁੱਡ ਗਵਰਨੈਂਸ ਜਿਹੜੀ ਹੁੰਦੀ ਹੈ ਉਹ ਤੁਹਾਡੀਆਂ ਪੋਲਿਸੀਜ਼ ਇਸ ਤਰ੍ਹਾਂ ਦੀਆਂ ਬਣਾਉਂਦੀ ਹੈ ਵੀ ਲੋਕਾਂ ਨੂੰ ਇੰਪਾਵਰ ਹੋਵੇ, ਲੋਕ ਖੁੱਲ੍ਹ ਕੇ ਬੋਲ ਸਕਣ ਆਪਦੇ ਹੱਕਾਂ ਬਾਰੇ। ਤਾਂ ਇਹ ਚੀਜ਼ਾਂ 4 ਇੰਪੋਰਟੈਂਟ ਨੇ। ਤੁਹਾਡੀ ਕੀ ਹੋਗੀ? ਇਕੁਐਲਿਟੀ ਹੋਣੀ ਚਾਹੀਦੀ ਹੈ, ਤੁਹਾਡੀ ਸਸਟੇਨੇਬਿਲਿਟੀ ਹੋਣੀ ਚਾਹੀਦੀ ਹੈ, ਪ੍ਰੋਡਕਟਿਵਿਟੀ ਹੋਣੀ ਚਾਹੀਦੀ, ਤੁਹਾਡੀ ਇੰਪਾਵਰਮੈਂਟ ਹੋਣੀ ਚਾਹੀਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਜਿਹੜੇ ਹੈਗੇ ਆ ਕਿਸੇ ਕੰਟਰੀ ਦੀ ਜਿਹੜੀ ਹੈਗੀ ਆ ਡਿਵੈਲਪਮੈਂਟ ਨੂੰ ਦੇਖ ਸਕਦੇ ਹਾਂ। ਹੁਣ ਇੰਡੀਕੇਟਰਸ ਨੇ ਹਿਊਮਨ ਡਿਵੈਲਪਮੈਂਟ ਦੇ, ਇਹਦੇ ਵਿੱਚ ਜਿਹੜਾ ਹੈਗਾ UNDP ਨੇ HDI ਇੰਡੈਕਸ ਦੇ 3 ਇੰਡੀਕੇਟਰ ਜਿਹੜੇ ਬਣਾਏ ਨੇ, ਜਿਹਦੇ ਹਿਸਾਬ ਨਾਲ ਅਸੀਂ ਕਿਸੇ ਦੇਸ਼ ਨੂੰ HDI ਰੈਂਕ ਦੇ ਵਿੱਚ ਸਥਾਨ ਦੇਣਾ। ਲੌਂਗੇਬਿਲਿਟੀ ਆਫ ਲਾਈਫ, ਕਿੰਨਾ ਕੁ ਉਹ ਲੰਬੀ ਲਾਈਫ ਜਿਉਂਦੇ ਨੇ, ਨੌਲੇਜ ਬੇਸ ਕਿੰਨਾ ਕੁ ਅੱਛਾ, ਪਰਚੇਜ਼ਿੰਗ ਪਾਵਰ PPP ਕਿੰਨੀ ਕੁ ਅੱਛੀ ਉਹਨਾਂ ਦੀ, ਵੀ ਕਿੰਨਾ ਕੁ ਉਹ ਆਪਦੇ ਖਰੀਦਣ ਦੇ ਲਈ ਇਹ ਮਤਲਬ ਉਹਨਾਂ ਕੋਲੇ ਪੈਸਾ ਹੈ, ਠੀਕ ਹੈ। ਤਾਂ ਇਹ ਉਹਦੇ ਨਾਲ ਹੀ ਹੈ ਬੇਟੇ ਜਿਹੜਾ ਮੈਂ ਤੁਹਾਨੂੰ ਅਮ੍ਰਿਤਿਆ ਸੇਨ ਵਾਲਾ ਦੱਸਿਆ। ਦੇਖੋ ਸੇਮ ਚੀਜ਼ ਹੀ ਹੈ, ਲੌਂਗੇਬਿਲਿਟੀ ਆਫ ਲਾਈਫ ਹੀ ਹੋਗੀ, ਠੀਕ ਹੈ। ਨੌਲੇਜ ਬੇਸ ਹੀ ਹੋ ਗਿਆ, ਤਾਂ ਤੁਹਾਡਾ ਹੈਵਿੰਗ ਇਨਫ ਮੀਨਸ ਟੂ ਲਿਵ ਅ ਡੀਸੈਂਟ ਲਾਈਫ, ਉਹੀ ਪਰਚੇਸਿੰਗ ਪਾਵਰ ਹੋ ਗਿਆ। ਮਤਲਬ ਇਹਨੂੰ ਥੋੜ੍ਹਾ ਸੁਧਾਰ ਕਰਕੇ UNDP ਨੇ ਆਪਦੇ ਹਿਸਾਬ ਨਾਲ ਜਿਹੜੇ HDI ਇੰਡੈਕਸ ਦੇ 3 ਇੰਡੀਕੇਟਰਸ ਬਣਾਤੇ ਆਹ ਵਾਲੇ। ਬਟ ਇੰਡੀਆ ਦੀ ਥੋੜ੍ਹਾ ਜਿਹਾ ਹੋਰ ਸੈਂਸ ਹੈ, ਇੰਡੀਆ ਨੇ ਇਹਦੇ ਵਿੱਚ ਹੋਰ ਚੇਂਜ ਕਰਤਾ। ਇੰਡੀਆ ਕਹਿੰਦੇ ਵੀ ਸਾਡੀ ਤਾਂ ਡਿਵੈਲਪਮੈਂਟ ਇਸ ਹਿਸਾਬ ਨਾਲ ਚੈੱਕ ਕਰੋ ਵੀ ਸਾਡੇ ਤਾਂ ਪਹਿਲੀ ਗੱਲ ਜੈਂਡਰ ਇਕੁਐਲਿਟੀ ਨਹੀਂ ਹੈਗੀ, ਜੈਂਡਰ ਇਕੁਐਲਿਟੀ ਹੋਵੇ, ਰਿਲੇਟਿਵ ਅਟੇਨਮੈਂਟਸ ਆਫ ਵਿਊਮਨ ਹੋਣ, ਮਤਲਬ ਵੂਮਨਸ ਦੀ ਇੰਪੋਰਟੈਂਸ ਹੋਵੇ, ਠੀਕ ਹੈ। ਅਤੇ ਹਿਊਮਨ ਪਾਵਰਟੀ ਇੰਡੈਕਸ ਹੋਵੇ, ਮਤਲਬ ਪਾਵਰਟੀ ਖਤਮ ਹੋਵੇ ਸਾਡੇ ਦੇਸ਼ ਦੇ ਵਿੱਚ। ਸਾਡੇ ਹਿਸਾਬ ਨਾਲ ਡਿਵੈਲਪਮੈਂਟ ਇਸ ਤਰ੍ਹਾਂ, ਠੀਕ ਹੈ। ਤਾਂ ਇੰਡੀਆ ਦੇ ਵਿੱਚ ਜਿਹੜੀਆਂ ਹੈਗੀਆਂ ਤੁਹਾਡੀ ਜਿਹੜੀ ਹੈਗੀ ਆ ਚੈੱਕ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੁਹਾਡੀ ਡਿਵੈਲਪਮੈਂਟ? ਬਰਥ ਰੇਟ, ਡੈਥ ਰੇਟ ਹੋ ਗਿਆ, ਇਨਫੈਂਟ ਮੋਰਟੈਲਿਟੀ ਰੇਟ ਹੋ ਗਿਆ, ਸੋਸ਼ਲ ਇੰਡੀਕੇਟਰ, ਲਿਟਰੇਸੀ ਰੇਟ ਹੋ ਗਈ, ਬੱਚੇ ਕਿੰਨੇ ਸਕੂਲ ਜਾ ਰਹੇ ਆ, ਠੀਕ ਹੈ। ਤਾਂ ਇਸ ਤਰ੍ਹਾਂ ਕਰਕੇ ਪੀਪਲ ਟੀਚਰ ਰੇਸ਼ੋ ਹੋ ਗਈ, ਵੀ ਜਿਵੇਂ ਮੰਨ ਲਓ ਇੰਡੀਆ ਦੇ ਸਟੈਂਡਰਡ ਦੇ ਹਿਸਾਬ ਨਾਲ ਵੀ ਇੱਕ ਟੀਚਰ ਸਿਰਫ 27 ਬੱਚਿਆਂ ਨੂੰ ਪੜ੍ਹਾ ਸਕਦਾ। ਬਟ ਦੇਖਿਆ ਜਾਵੇ ਤਾਂ ਕਈ ਸਕੂਲਾਂ ਕਾਲਜਾਂ ਦੇ ਵਿੱਚ ਤਾਂ 50-50 ਬੱਚਿਆਂ ਨੂੰ ਵੀ ਇੱਕ ਟੀਚਰ ਹੀ ਪੜ੍ਹਾ ਰਿਹਾ। ਤਾਂ ਇਸ ਤਰ੍ਹਾਂ ਕਰਕੇ ਉਹ ਰੇਸ਼ੋ ਵੀ ਚੈੱਕ
ਕਰਨੀ ਹੈ, GDP ਚੈੱਕ ਕਰਨੀ ਹੈ, ਜਿਹੜੀ ਪਰ ਕੈਪੀਟਲ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦੇ ਆ, ਠੀਕ ਹੈ, ਵੀ ਕਿੰਨੀ ਕੁ ਤੁਹਾਡੀ ਪਾਵਰ ਹੈ ਕੁਝ ਖਰੀਦਣ ਦੀ। ਇਹ ਸਾਰੀਆਂ ਚੀਜ਼ਾਂ ਇੰਡੀਆ ਦਾ ਹਿਊਮਨ ਡਿਵੈਲਪਮੈਂਟ ਇੰਡੈਕਸ ਨੂੰ ਬਣਾਉਂਦੀਆਂ ਨੇ, ਠੀਕ ਹੈ। ਉਸ ਤੋਂ ਮਤਲਬ ਬੇਸ ਇਨਕਮ ਵਗੈਰਾ ਵੀ ਇਹਦੇ ਵਿੱਚ ਹੀ ਆਊਗਾ। ਅਤੇ ਇਹ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਜਿਹੜਾ ਹੈਗਾ ਇੱਕ ਦੇਸ਼ ਇੰਨੇ ਨੰਬਰ 'ਤੇ ਰੈਂਕ ਕਰਦਾ, ਇੰਡੀਆ ਇੰਨੇ ਨੰਬਰ 'ਤੇ ਰੈਂਕ ਕਰਦਾ। ਇਹਦਾ ਬੇਟੇ ਇੱਕ ਫਾਰਮੂਲਾ ਹੈ ਵੀ 0 ਤੋਂ 1 ਰੈਂਕ ਕਰਦਾ HD ਇੰਡੈਕਸ, ਮਤਲਬ 0.1 ਦੇ ਜਿਹੜਾ ਨੇੜੇ ਆ ਉਹ ਜ਼ਿਆਦਾ ਖੁਸ਼ਹਾਲ ਦੇਸ਼ ਹੈ। ਫੋਰ ਐਗਜ਼ਾਮਪਲ ਨਾਰਵੇ ਹੈ, ਨਾਰਵੇ ਦਾ 0.943 ਹੈ, ਬਿਲਕੁਲ 1 ਦੇ ਨੇੜੇ ਹੈ, ਠੀਕ ਹੈ। ਤਾਂ ਦੇਖੋ ਨਾਰਵੇ ਸਭ ਤੋਂ ਖੁਸ਼ਹਾਲ ਦੇਸ਼ ਹੈ। ਆਸਟ੍ਰੇਲੀਆ ਦਾ ਜਿਹੜਾ ਹੈਗਾ 0.929 ਹੈ, ਠੀਕ ਹੈ। ਇੰਡੀਆ ਦਾ ਦੇਖੋ, ਤੁਸੀਂ ਦੇਖੋ ਇੰਡੀਆ ਦਾ ਜਿਹੜਾ ਹੈਗਾ 5.47 ਹੈ, ਪਾਕਿਸਤਾਨ ਦਾ 5.04 ਹੈ। ਤਾਂ ਜਿਹੜਾ ਹੈਗਾ ਇੰਡੀਆ ਦਾ 2011 ਦੇ ਅਕੋਰਡਿੰਗ ਇੰਡੀਆ 134ਵੇਂ ਨੰਬਰ 'ਤੇ ਸਟੈਂਡ ਕਰਦਾ 187 ਕੰਟਰੀ ਦੇ ਵਿੱਚ। ਪਹਿਲਾਂ ਕਿ ਜਿਹੜਾ ਤੁਹਾਡਾ ਹੈਗਾ 119 ਨੰਬਰ 'ਤੇ ਸੀ। ਹੌਲੀ ਹੌਲੀ ਡਿਵੈਲਪਮੈਂਟ ਦੇ ਹਿਸਾਬ ਨਾਲ ਇੰਨੀ ਡਿਵੈਲਪਮੈਂਟ ਰਿਸੋਰਸਿਸ ਦਾ ਪ੍ਰੈਸ਼ਰ ਆਪਣੇ 'ਤੇ ਵੱਧ ਰਿਹਾ ਵੀ ਡਿਵੈਲਪਮੈਂਟ ਆਪਣੀ ਜਿਹੜੀ ਘੱਟ ਰਹੀ ਹੈ, ਠੀਕ ਹੈ। ਅਤੇ ਇਸ ਤਰ੍ਹਾਂ ਕਰਕੇ ਉਹ ਤਾਂ ਆਪਣਾ ਜਿਹੜਾ ਹੈਗਾ ਸਟੇਟ ਕੰਟਰੀਜ਼ ਦਾ ਸੀ। ਇਹ ਅੱਗੇ ਤੁਹਾਡਾ ਸਟੇਟਸ ਦਾ ਆਊਗਾ। ਸਟੇਟਸ ਦੇ ਵਿੱਚ ਹੁਣ ਇੰਡੀਆ ਦੇ ਵਿੱਚ ਕੇਰਲਾ ਦਾ ਜਿਹੜਾ ਹੈਗਾ ਕੇਰਲਾ ਦਾ ਜਿਹੜਾ ਤੁਹਾਡਾ ਕੇਰਲਾ ਪਹਿਲੇ ਨੰਬਰ 'ਤੇ ਆਉਂਦਾ, ਕਿਉਂਕਿ ਮੈਂ ਤੁਹਾਨੂੰ ਲਿਟਰੇਸੀ ਰੇਟ ਵੇਲੇ ਕਰਾਇਆ ਸੀ। ਲਿਟਰੇਸੀ ਰੇਟ ਵੀ ਇਹਨਾਂ ਦੀ ਅੱਛੀ ਹੈ, ਸੈਕਸ ਰੇਸ਼ੋ ਵੀ ਇਹਨਾਂ ਦੀ ਅੱਛੀ ਹੈ। ਇਹਨਾਂ ਦੀ ਤਾਂ 1087 ਵੂਮੈਨਸ ਨੇ, 87 ਵੂਮੈਨਸ ਮੈਨਸ ਨਾਲੋਂ ਜ਼ਿਆਦਾ ਨੇ, ਹੈ ਨਾ। ਅਤੇ ਇਹਨਾਂ ਦਾ ਇੰਡੈਕਸ 0.817 ਹੈ, ਠੀਕ ਹੈ। ਅਤੇ ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਦਾ ਵੀ ਕਾਫੀ ਅੱਛਾ ਹੈ। ਲੋਐਸਟ ਵਾਲੀਆਂ ਅਸਾਮ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਵਗੈਰਾ ਇਹ ਕਾਫੀ ਪਿੱਛੇ ਨੇ। ਪੰਜਾਬ ਦਾ ਠੀਕ ਹੈ, ਪੰਜਾਬ 5ਵੇਂ ਨੰਬਰ 'ਤੇ ਰੈਂਕ ਕਰਦਾ 28 ਸਟੇਟਸ ਦੇ ਵਿੱਚੋਂ। ਇਹਨਾਂ ਦੇ ਵਿੱਚ 0.667 ਹੈ, ਠੀਕ ਹੈ। ਤਾਂ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਦਾ 0.717 ਹੈ, ਅਤੇ ਇਹ 3rd ਰੈਂਕ 'ਤੇ ਕਰਦਾ, ਠੀਕ ਹੈ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਦੇਖ ਸਕਦੇ ਹੋ ਹਿਊਮਨ ਡਿਵੈਲਪਮੈਂਟ ਕੀ ਹੈ, ਉਹਦਾ ਰੈਂਕ ਕੀ ਹੈ। ਉਸ ਤੋਂ ਬਾਅਦ ਬੇਟੇ ਹਿਊਮਨ ਆਪਾਂ ਇੱਕ ਪਾਰਟ ਕੰਪਲੀਟ ਹੈ, ਮੈਂ ਤੁਹਾਨੂੰ ਕਰਾਤਾ ਹਿਊਮਨ ਸੈਟਲਮੈਂਟ। ਮੈਂ ਤੁਹਾਨੂੰ ਕੱਲ੍ਹ ਕਰਵਾਉਂਗੀ। ਜੇ ਕੋਈ ਕਨਫਿਊਜ਼ਨ ਹੋਈ ਤੁਸੀਂ ਜ਼ਰੂਰ ਪੁੱਛਣਾ। ਇੱਕ ਵਾਰੀ ਤੁਹਾਨੂੰ ਕਰੇ ਤੋਂ ਨਹੀਂ ਸਮਝ ਆਉਂਦਾ ਤੁਸੀਂ ਦੂਰੀ ਵਾਰ ਮੇਰਾ ਲੈਕਚਰ ਸੁਣ ਸਕਦੇ ਹੋ, ਠੀਕ ਹੈ ਬੇਟੇ। ਥੈਂਕ ਯੂ ਸੋ ਮਚ।